ਸਮੁੰਦ ਸਾਗਰ ਹੋਵੈ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਇਹ ਤੁਕਾਂ ਜੇ ਸਾਰਥਕ ਕੀਤੀਆਂ ਤਾਂ ਸਿਰਫ ਸਤਿਗੁਰੂ ਰਾਮ ਸਿੰਘ ਜੀ ਦੇ ਸਿੰਘਾਂ ਨੇ, ਨਾਮਧਾਰੀ ਸਿੱਖਾਂ ਨੇ, ਕਿ ਉਹ ਸਮੁੰਦਰਾਂ ਤੋਂ ਪਾਰ ਬਿਪਤਾ ਦਾ ਸਫ਼ਰ ਝਾਕ ਕੇ ਔਖੇ ਸਮੇਂ ਦੇ ਵਿੱਚ ਆਪਣੇ ਸਤਿਗੁਰੂ ਤੱਕ ਪਹੁੰਚੇ। ਔਰ ਗੁਰਬਾਣੀ ਦੇ ਪਾਠ ਅਦਬ ਸਤਿਕਾਰ ਵਾਸਤੇ ਜੇ ਸਭ ਤੋਂ ਵੱਧ ਮੁਸ਼ਕਲਾਂ ਬਰਦਾਸ਼ਤ ਕੀਤੀਆਂ, ਆਪਣੇ ਸਰੀਰ 'ਤੇ ਸਭ ਤੋਂ ਵੱਧ ਕਸ਼ਟ ਝੱਲੇ, ਤਾਂ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਸਤਿਗੁਰੂ ਰਾਮ ਸਿੰਘ ਦੇ ਲਾਡਲੇ ਉਹ ਨਾਮਧਾਰੀ ਸਿੰਘ ਹੀ ਸਨ, ਜਿਨ੍ਹਾਂ ਗੁਰਬਾਣੀ ਵਾਸਤੇ ਆਪਣੇ ਸਰੀਰਾਂ ਤੱਕ ਦੀ ਬਾਜੀ ਵੀ ਲਾ ਦਿੱਤੀ। ਭਾਈ ਅਤਰ ਸਿੰਘ ਲੋਹਗੜ੍ਹ ਉਹਨਾਂ ਵਿੱਚੋਂ ਇੱਕ ਸਨ। ਪਿਤਾ ਦਾ ਨਾਂ ਸਰਦਾਰ ਹਕੂਮਤ ਸਿੰਘ, ਮਾਤਾ ਦਾ ਨਾਂ ਸਾਹਿਬ ਕੌਰ। ਦੋ ਭਾਈ ਸਨ। ਇਹ ਛੋਟੇ ਸਨ ਔਰ ਵੱਡਾ ਭਾਈ ਦੇਵਾ ਸਿੰਘ ਸੀ। ਦੇਵਾ ਸਿੰਘ 1872 17 ਜਨਵਰੀ ਮਲੇਰਕੋਟਲੇ ਦਾ ਸ਼ਹੀਦੀ ਸਾਕਾ ਜਦੋਂ ਨਾਮਧਾਰੀ ਸਿੰਘ ਵਾਰੀ ਵਾਰੀ ਆ ਰਹੇ ਨੇ, 7-7 ਸਿੰਘ ਤੋਪ ਦੇ ਅੱਗੇ ਆਉਂਦੇ ਨੇ ਔਰ ਉਹ ਉਡਾ ਦਿੱਤੇ ਜਾਂਦੇ ਨੇ, ਇੱਕ ਵੀ ਉਹਨਾਂ ਵਿੱਚੋਂ ਡੋਲਦਾ ਨਹੀਂ। ਭਾਈ ਦੇਵਾ ਸਿੰਘ ਜਦੋਂ ਇਹਨਾਂ ਦੀ ਵਾਰੀ ਆਉਂਦੀ ਏ ਤਾਂ ਉੱਥੇ ਇੱਕ ਨਾਭੇ ਦਾ ਅਹਿਲਕਾਰ ਸਰਦਾਰ ਨੱਥਾ ਸਿੰਘ ਗਰੇਵਾਲ ਵੀ ਖਲੋਤਾ ਸੀ। ਇਹ ਗਰੇਵਾਲ ਸਰਦਾਰਾਂ ਦੇ ਚੋਖੇ ਪਿੰਡ ਨੇ, ਕਿਲ੍ਹਾ ਰਾਏਪੁਰ ਦੇ ਨੇੜੇ ਤੇੜੇ। ਲੋਹਗੜ੍ਹ, ਕਿਲ੍ਹਾ ਰਾਏਪੁਰ, ਨਾਰੰਗਵਾਲ, ਗੁੱਜਰਵਾਲ, ਮਹਿਮਾ ਸਿੰਘ ਵਾਲਾ, ਇਹ ਤਦ ਕਿ ਸਾਰੇ ਪਿੰਡ ਇਹ ਗਰੇਵਾਲ ਤਪਾ ਵੱਜਦਾ ਹੈ। ਔਰ ਗਰੇਵਾਲਾਂ ਨੂੰ ਆਮ ਤੌਰ 'ਤੇ ਜੱਟਾਂ ਦੇ ਅਗਰਵਾਲ ਕਿਹਾ ਜਾਂਦਾ ਹੈ। ਉਹ ਇਸ ਲਈ ਕਿ ਇਹ ਬੜੀ ਬਰੀਕ ਬੁੱਧੀ ਦੇ ਔਰ ਪੜ੍ਹੇ ਲਿਖੇ ਲੋਕ ਨੇ, ਬਿਨਾਂ ਮਤਲਬ ਕਿਸੇ ਵਾਦ ਵਿਵਾਦ ਲੜਾਈ ਝਗੜੇ 'ਚ ਨਹੀਂ ਪੈਂਦੇ। ਬਾਬੂ ਰਜਬ ਅਲੀ ਇੱਕ ਹੋਏ ਨੇ, ਉਹਨਾਂ ਨੇ ਲੋਕਾਂ ਦੇ ਸੁਭਾਵਾਂ ਬਾਰੇ ਲਿਖਿਆ ਹੈ, ਉਹ ਜਿਹਦੇ 'ਚ ਉਹ ਕਹਿੰਦੇ ਨੇ ਕਿ ਜੱਟ ਨੇ ਵੈਰੀ ਬੁੱਧ ਦੇ, ਅਗਰਵਾਲ ਯੁੱਧ ਦੇ, ਬੁੜੀ ਨਾ ਲਾਉਣ ਦੁੱਧ ਦੇ। ਮਾਈ ਕੋਈ ਵੀ ਭਾਵੇਂ ਆਪਣੀ ਮਾਤਾ ਵੀ ਹੋਵੇ, ਉਹ ਪੁਰਾਣੀਆਂ ਮਾਵਾਂ ਨੂੰ ਪਤਾ ਵੀ ਉਹ ਦੁੱਧ ਦੀ ਬੜੀ ਰਾਖੀ ਕਰਦੀਆਂ ਸੀ। ਬੁੜੀ ਨਾ ਲਾਉਣ ਦੁੱਧ ਦੇ, ਅਗਰਵਾਲ ਯੁੱਧ ਦੇ, ਕਦੇ ਨਾ ਨੇੜੇ ਢੁੱਕਦੇ, ਵੀ ਉਹ ਲੜਾਈ ਨਹੀਂ ਕਰਦੇ। ਪਰ ਇਹਦੇ ਬਾਵਜੂਦ ਗਰੇਵਾਲਾਂ ਦੇ ਵਿੱਚੋਂ ਹੀ ਸ਼ਹੀਦ ਦੇਵਾ ਸਿੰਘ, ਗਰੇਵਾਲਾਂ ਦੇ ਵਿੱਚੋਂ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ, ਔਰ ਗਰੇਵਾਲਾਂ ਦੇ ਵਿੱਚੋਂ ਹੀ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਵਾਲੇ, ਗਰੇਵਾਲਾਂ ਵਿੱਚੋਂ ਹੀ ਬੀਬੀ ਕਰਮ ਕੌਰ ਗੁੱਜਰਵਾਲ ਵਾਲੀ ਜਿਹੜੀ ਕਾਲੀ ਕਮਲੀ ਲੈ ਕੇ ਆਈ ਸੀ, ਉਹਦਾ ਇੱਕ ਭਤੀਜਾ ਸੁਰਜਣ ਸਿੰਘ, ਉਹਦੇ ਭਾਈ ਚੈਨ ਸਿੰਘ ਦਾ ਲੜਕਾ, ਚੈਨ ਸਿੰਘ ਦਾ ਪੋਤਰਾ। ਇਹ ਵੀ 1914-15 ਵਾਲੀ ਗਦਰ ਲਹਿਰ ਵਿੱਚ ਉਮਰ ਕੈਦ ਦੀ ਸਜ਼ਾ ਪਹਿਲਾਂ ਉਹਨਾਂ ਨੂੰ ਹੋਈ ਸੀ, ਸਜ਼ਾ ਕੱਟ ਕੇ ਆਏ ਸਨ ਭਾਈ ਸੁਰਜਣ ਸਿੰਘ ਜੀ। ਇਸ ਤਰ੍ਹਾਂ ਦੇ ਸੂਰਮੇ ਇਸ ਖਿੱਤੇ ਵਿੱਚ ਹੋਏ। ਔਰ ਇਹ ਭਾਈ ਨੱਥਾ ਸਿੰਘ ਅਹਿਲਕਾਰ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਵਾਲੇ ਦਾ ਪਿਤਾ ਸੀ। ਜਦੋਂ ਇਹਨੂੰ ਪਤਾ ਲੱਗਾ ਕਿ ਦੇਵਾ ਸਿੰਘ ਲੋਹਗੜ੍ਹ ਦੇ ਹਕੂਮਤ ਸਿੰਘ ਦਾ ਪੁੱਤਰ ਹੈ, ਇਹ ਕਹਿਣ ਲੱਗਾ ਵੀ ਉਹ ਸਰਦਾਰ ਦੇਵਾ ਸਿੰਘ ਆਪਾਂ ਇੱਕੇ ਗੋਤ ਦੇ, ਮੇਰੀ ਗੱਲ ਚੱਲਦੀ ਏ, ਜੇ 2 ਲੈਣਾ ਕਿਸੇ ਕਾਗਜ਼ 'ਤੇ ਮਾਫੀਨਾਮੇ ਦੀਆਂ ਲਿਖ ਦਵੇਂ ਤਾਂ ਮੈਂ ਤੇਰੀ ਜਾਨ ਬਚਾ ਸਕਦਾ, ਆਪਣੇ ਸ਼ਰੀਕੇ ਭਾਈਚਾਰੇ 'ਤੇ ਇੱਕ ਉਪਕਾਰ ਕਰ ਸਕਦਾ। ਭਾਈ ਦੇਵਾ ਸਿੰਘ ਨੇ ਕਿਹਾ, ਸਰਦਾਰ ਜੀ ਇਹ ਮਾਫੀਆਂ ਦਾ ਵੇਲਾ ਨਹੀਂ, ਇਹ ਜੂਝਣ ਦਾ ਸਮਾਂ ਹੈ। ਤੁਹਾਡਾ ਧੰਨਵਾਦ, ਤੁਸੀਂ ਜੋ ਕਹਿਣਾ ਸੀ ਕਹਿ ਦਿੱਤਾ, ਪਰ ਮੈਂ ਭਰਾਵਾਂ ਦਾ ਸਾਥ ਨਹੀਂ ਛੱਡ ਸਕਦਾ। ਔਰ ਇਸ ਲੋਹਗੜ੍ਹ ਪਿੰਡ ਦੇ ਵਿੱਚੋਂ ਭਾਈ ਦੇਵਾ ਸਿੰਘ ਸ਼ਹੀਦ ਹੋਏ ਨੇ। 5 ਸਿੰਘ ਹੋਰ ਨੇ ਜਿਨ੍ਹਾਂ ਦਾ ਨਾਂ ਸਰਕਾਰੀ ਰਿਕਾਰਡ 'ਚ ਆਉਂਦਾ ਕਿ ਇਹ ਵੀ ਮਲੇਰਕੋਟਲੇ ਸਾਕੇ 'ਚ ਸ਼ਾਮਲ ਸਨ 1872 ਵਾਲੇ 'ਚ। 1880 ਦੀ ਜਿਹੜੀ ਮਹੱਤਵਪੂਰਨ ਕੂਕਿਆਂ ਦੀ ਸੂਚੀ ਹੈ, ਉਸ ਸੂਚੀ 'ਚੋਂ ਜਦੋਂ ਇਹਨਾਂ ਸਿੰਘਾਂ ਬਾਰੇ ਪੜ੍ਹੀਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਵੀ ਮਲੇਰਕੋਟਲਾ ਸਾਕਾ ਵਿੱਚ ਸ਼ਾਮਲ ਸਨ। ਪਰ ਜਦੋਂ ਰੜ ਪਿੰਡ ਵਿੱਚ ਭਾਈ ਹੀਰਾ ਸਿੰਘ ਜੀ ਨੇ
ਇਹ ਹੋਕਾ ਦਿੱਤਾ ਕਿ ਜਿਹੜੇ ਕੋਈ ਜਾਣਾ ਚਾਹੁਣ ਜਾ ਸਕਦੇ ਨੇ, ਤਾਂ ਉਦੋਂ ਇਹ ਸਿੰਘ ਆ ਗਏ। ਇਹਨਾਂ ਦੇ ਵਿੱਚ ਇੱਕ ਸਾਹਿਬ ਸਿੰਘ, ਜਿਹਨੂੰ ਕਰਾੜਾ ਸਿੰਘ ਵੀ ਕਿਹਾ ਜਾਂਦਾ, ਕੇਸਰਾ ਸਿੰਘ ਦਾ ਪੁੱਤਰ ਸੀ। ਇੱਕ ਦੀਪ ਸਿੰਘ ਸਨ, ਜਿਹੜੇ ਜਵਾਹਰ ਸਿੰਘ ਦੇ ਪੁੱਤਰ ਸਨ। ਇੱਕ ਇਹਨਾਂ 'ਚੋਂ ਜੀਵਨ ਸਿੰਘ ਸਨ। ਇੱਕ ਸਾਵਣ ਸਿੰਘ ਸਨ, ਜਿਹੜੇ ਕੂਮਾ ਸਿੰਘ ਦੇ ਪੁੱਤਰ ਸਨ। ਔਰ ਇੱਕ ਜੀਵਨ ਸਿੰਘ ਸਨ, ਜਿਹੜੇ ਗਰਬਾ ਸਿੰਘ ਦੇ ਪੁੱਤਰ ਸਨ। ਔਰ ਇੱਕ ਇਹਨਾਂ 'ਚੋਂ ਕਾਹਨ ਸਿੰਘ ਵੀ ਸਨ। ਇਹ ਕਾਹਨ ਸਿੰਘ ਜਮਾਂਦਾਰ ਸਨ। ਇਹਨਾਂ ਦਾ ਪਿਤਾ ਲਾਲ ਸਿੰਘ ਲੰਬੜਦਾਰ ਸੀ। ਇਹ 5 ਸਿੱਖ ਉਹ ਨੇ ਜਿਹੜੇ ਮਲੇਰਕੋਟਲੇ ਸਾਕੇ ਵਿੱਚ ਸ਼ਾਮਲ ਹੋਏ, ਪਰ ਬਾਅਦ ਵਿੱਚ ਉਹ ਕੁਝ ਸਮਾਂ ਮਫਰੂਰ ਰਹੇ। ਫਿਰ ਜਿਵੇਂ ਜਿਵੇਂ ਸਰਕਾਰੀ ਸਖਤੀ ਥੋੜ੍ਹੀ ਘਟੀ, ਹੁਣ ਇਹ ਭਾਈ ਦੇਵਾ ਸਿੰਘ ਦੇ ਛੋਟੇ ਭਾਈ ਸਰਦਾਰ ਅਤਰ ਸਿੰਘ, ਇਹਨਾਂ ਹੀ ਸਮਿਆਂ 'ਚ ਇਹ ਉਹ ਵਕਤ ਹੈ ਜਦੋਂ ਕੂਕਿਆਂ 'ਤੇ ਸਖਤੀਆਂ ਦੇ ਝੱਖੜ ਝੁੱਲੇ ਨੇ, ਖਾਸ ਕਰਕੇ ਤਖਤਾਂ ਦੇ ਪੁਜਾਰੀ ਦਮਦਮਾ ਸਾਹਿਬ। ਇੱਕ ਭਾਈ ਕਿਸ਼ਨ ਸਿੰਘ ਛੂਤਗਿਆ, ਉਹ ਵੀ ਲੋਹਗੜ੍ਹ ਦੇ ਸਨ। ਦਮਦਮਾ ਸਾਹਿਬ ਦਰਸ਼ਨ ਕਰਨ ਗਏ। ਉਹਨਾਂ ਨੇ ਕਿਹਾ ਕੂਕਿਆਂ ਦਾ ਇੱਥੇ ਕੀ ਕੰਮ? ਗ੍ਰਿਫਤਾਰ ਕਰਵਾ ਦਿੱਤੇ ਗਏ, ਕੈਦ ਕੱਟ ਕੇ 3 ਮਹੀਨੇ ਜਾਂ 6 ਮਹੀਨੇ, ਫਿਰ ਉਹ ਘਰ ਆਉਂਦੇ ਨੇ। ਤਾਂ ਜਦੋਂ ਇਹ ਕਹਿੰਦੇ ਨੇ ਕਿ ਮੈਂ ਮੁਕਤਸਰ ਸਾਹਿਬ ਦਰਸ਼ਨ ਕਰਨ ਜਾਣਾ ਹੈ, ਇਹਨਾਂ ਦੀ ਮਾਤਾ ਸਾਹਿਬ ਕੌਰ ਉਹ ਕਹਿੰਦੀ ਕਾਕਾ ਨਹੀਂ, ਗੁਰਦੁਆਰਿਆਂ ਦਾ ਹਾਲ ਅੱਜ ਕੱਲ੍ਹ ਇਸ ਤਰ੍ਹਾਂ ਹੀ ਹੈ, ਆਪਣੇ ਲੋਕਾਂ ਨੂੰ ਉੱਥੇ ਉਹ ਥੋੜ੍ਹਾ ਜਿਹਾ ਮਾੜੀਆਂ ਨਜ਼ਰਾਂ ਨਾਲ ਵੇਖਦੇ ਨੇ ਅਤੇ ਸਮਾਂ ਮਾੜਾ ਹੈ, ਤੂੰ ਕਾਕਾ ਨਾ ਜਾ। ਉਹ ਕਿਸ਼ਨ ਸਿੰਘ ਹੋਰਾਂ ਦਾ ਵੀ ਹਵਾਲਾ ਦਿੰਦੀ ਹੈ। ਕਿਸ਼ਨ ਸਿੰਘ ਜਿਹੜੇ ਛੂਤਗਿਆ ਸਨ। ਸੱਦਾ ਸਿੰਘ ਕਬੀਰ ਫਰਵਾਈ, ਇਹ ਇੱਕ ਰਿਆਸਤੀ ਪਿੰਡ ਸੀ। ਭਾਈ ਸੱਦਾ ਸਿੰਘ ਉੱਥੋਂ ਦੇ ਹੋਏ ਨੇ। ਉਹਨਾਂ ਤੋਂ ਇਹ ਛੂਤੀਆਂ ਦਾ ਜਥਾ ਚੱਲਿਆ। ਉਹ ਕਣਕ ਧੋ ਕੇ ਫਿਰ ਆਟਾ ਪੀਣਾ, ਔਰ ਇੱਥੋਂ ਤੱਕ ਕਿ ਲੱਕੜਾਂ ਵੀ ਧੋ ਕੇ ਫਿਰ ਚੁੱਲ੍ਹੇ ਵਿੱਚ ਬਾਲਣੀਆਂ। ਉਹਨਾਂ ਨੂੰ ਇਹ ਜ਼ਿਆਦਾ ਇਸ ਵਜ੍ਹਾ ਕਰਕੇ ਛੂਤੀਏ ਕਿਹਾ ਜਾਂਦਾ ਸੀ। ਔਰ ਚੱਕਰਵਰਤੀ ਜੀ ਦੀ ਲਿਖਤ ਮੁਤਾਬਕ ਬਾਬੇ ਸੱਦਾ ਸਿੰਘ ਕਬੀਰ ਦੇ ਜਥੇ 'ਚ 100 ਸਿੰਘ ਸਨ। ਔਰ ਇੱਕ ਸਮੇਂ ਇਸ ਸ਼ਾਖ ਦੇ ਸਿੰਘਾਂ ਦੀ ਗਿਣਤੀ 3000 ਤੱਕ ਸੀ। ਇਹਨਾਂ ਸਿੰਘਾਂ ਨੇ ਜ਼ਮੀਨਾਂ ਵੇਚ ਦਿੱਤੀਆਂ, ਜੋ ਕੁਝ ਵੀ ਘਰਾਂ ਬਾਰਾਂ 'ਚ ਸੀ ਉਹ ਲੈ ਕੇ ਇਕੱਠੇ ਹੋ ਗਏ ਜਥੇ ਦੇ ਰੂਪ ਵਿੱਚ। ਭਜਨ ਬਾਣੀ, ਨਾਮ ਸਿਮਰਨ, ਦੀਵਾਨ ਲਾਉਣੇ, ਇਸ ਤਰ੍ਹਾਂ ਹੀ ਇਹ ਜਿੱਥੇ ਕਿਤੇ ਇਹਨਾਂ ਦਾ ਗੁਜ਼ਾਰਾ ਹੁੰਦਾ ਉੱਥੇ ਟਿਕ ਕੇ ਸਮਾਂ ਕੱਟਦੇ। ਤਾਂ ਇਹ ਲੋਹਗੜ੍ਹ ਪਿੰਡ ਵਾਲਾ ਜਿਹੜਾ ਪਰਿਵਾਰ ਸੀ, ਇਹ ਵੀ ਇਹਨਾਂ ਛੂਤੀਆਂ ਸਿੰਘਾਂ ਦੇ ਪ੍ਰਭਾਵ ਵਿੱਚ ਸੀ। ਭਾਈ ਅਤਰ ਸਿੰਘ ਮੁਕਤਸਰ ਚਲੇ ਜਾਂਦੇ ਨੇ। ਮੁਕਤਸਰ ਦਾ ਇੱਕ ਪੁਜਾਰੀ ਸਿੰਘ ਦੂਰੋਂ ਹੀ ਵੇਖ ਕੇ ਕਹਿੰਦਾ, ਓਏ ਪੱਗ ਤੋਂ ਬਾਣੇ ਤੋਂ ਕੂਕਾ ਜਾਪਦਾ ਹੈ, ਪਰ ਕੂਕੇ ਦਾ ਇੱਥੇ ਕੀ ਕੰਮ? ਚਲਾ ਜਾ, ਕੋਈ ਨਿਹੰਗ ਸਿੰਘ ਆ ਗਿਆ ਤੇ ਤੇਰਾ ਮਾੜਾ ਹਾਲ ਕਰੇਗਾ। ਭਾਈ ਅਤਰ ਸਿੰਘ ਨੇ ਆਖਿਆ, ਸਿੰਘ ਸਾਹਿਬ ਬੜੀ ਦੂਰੋਂ ਗੁਰਧਾਮ ਦੇ ਦਰਸ਼ਨ ਕਰਨ ਆਏ ਆ, ਦਰਸ਼ਨ ਕਰ ਲੈਣ ਦਿਓ, ਚਲੇ ਜਾਵਾਂਗੇ। ਇਹ ਇੰਨੀ ਗੱਲਬਾਤ ਹੁੰਦਿਆਂ ਹੀ ਕੋਈ ਇੱਕ ਨਿਹੰਗ ਸਿੰਘ ਉੱਥੇ ਆਉਂਦਾ ਹੈ, ਔਰ ਉਹ ਆਉਂਦਾ ਹੀ ਫਾੜ ਸੋਟਾ ਭਾਈ ਅਤਰ ਸਿੰਘ ਦੇ ਸਿਰ 'ਚ ਮਾਰਦਾ। ਸੱਟ ਚੋਖੀ ਹੋਈ, ਖੂਨ ਚੱਲਿਆ। ਨੇੜੇ ਹੀ ਨਾਮਧਾਰੀ ਸਿੰਘ ਸਨ, ਉਹ ਲੈ ਗਏ ਆਪਣੇ ਘਰਾਂ ਵਿੱਚ, ਉਹਨਾਂ ਨੇ ਰੱਖਿਆ, ਬਹੁਤ ਸੇਵਾ ਕੀਤੀ। ਨਾਮਧਾਰੀ ਸਿੱਖ ਲਈ ਸਿੱਖ ਦਾ ਬੂਹਾ ਕਦੇ ਵੀ ਓਪਰਾ ਨਹੀਂ ਸੀ। ਉਹ ਸਤਿਗੁਰੂ ਦੇ ਸਿੱਖ ਨੂੰ ਸਤਿਗੁਰੂ ਦਾ ਰੂਪ ਹੀ ਸਮਝ ਕੇ ਉਹਦੀ ਟਹਿਲ ਸੇਵਾ। ਸਮਾਂ ਬੀਤਿਆ, ਭਾਈ ਅਤਰ ਸਿੰਘ ਠੀਕ ਹੋ ਗਏ, ਪਰ ਅਜੇ ਟਿਕੇ ਮੁਕਤਸਰ ਵਿੱਚ ਹੀ ਨੇ। ਇਸੇ ਸਮੇਂ ਮੁਕਤਸਰ ਵਿੱਚ ਹੈਜੇ ਦੀ ਵਬਾ ਫੈਲ ਗਈ, ਡਾਕੀ ਜਿਹਨੂੰ ਕਹਿੰਦੇ ਨੇ। ਇੱਕ ਦਿਨ ਭਾਈ ਅਤਰ ਸਿੰਘ ਬਾਹਰ ਮੈਦਾਨ ਜਾ ਰਹੇ ਸਨ, ਗੜਵਾ ਉਹਨਾਂ ਦੇ ਹੱਥ 'ਚ ਸੀ ਜਲ ਦਾ ਭਰਿਆ, ਕਿ ਕਾਨਿਆਂ ਦੀਆਂ ਝੁੱਗੀਆਂ ਬਣਾਈਆਂ ਸਨ ਸਰਕਾਰ ਨੇ। ਜਿਹੜੇ ਮਰੀਜ਼ ਇਸ ਤਰ੍ਹਾਂ ਆਖਰੀ ਪਲਾਂ 'ਤੇ ਹੁੰਦੇ ਸੀ, ਉਹਨਾਂ ਨੂੰ ਚੁੱਕਦੇ ਸੀ ਘਰਾਂ 'ਚੋਂ, ਔਰ ਉਹਨਾਂ ਕੁੱਲੀਆਂ 'ਚ ਜਾ ਕੇ ਸੁੱਟ ਦਿੰਦੇ ਸੀ। ਭਾਈ ਸਾਹਿਬ ਗਏ ਤਾਂ ਇੱਕ ਕੁੱਲੀ 'ਚੋਂ ਮਨੁੱਖ ਦੇ ਹੂੰਗਰਨ ਦੀ ਆਵਾਜ਼ ਆ ਰਹੀ ਹੈ, ਹੂੰਗ ਰਿਹਾ ਹੈ ਕੋਈ। ਪੈਰ ਉੱਧਰ ਨੂੰ ਗਏ, ਨਿਗਾਹ ਮਾਰੀ ਤਾਂ ਉੱਥੇ ਹੀ ਪੈਰ ਗੱਡੇ ਗਏ। ਉਹ ਇਹ ਤਾਂ ਉਹੀ ਨਿਹੰਗ ਹੈ ਜਿਹਨੇ ਮੇਰਾ ਸਿਰ ਪਾੜਿਆ ਹੈ। ਇੱਕ ਵਾਰ ਮਨ 'ਚ ਆਈ ਵੀ ਚਲੋ ਮਰਨ ਦਿਓ। ਦੂਜੇ ਪਲ ਸਤਿਗੁਰੂ ਰਾਮ ਸਿੰਘ ਸਾਹਮਣੇ ਆਏ, ਉਹਨਾਂ ਦਾ ਦਰਸ਼ਨ ਹੋਇਆ ਅਤੇ ਮਨ ਨੇ ਪ੍ਰੇਰਿਆ ਵੀ ਸਤਿਗੁਰੂ ਤਾਂ ਕਹਿੰਦੇ ਨੇ ਵੀ ਹਰ ਜੀਵ 'ਤੇ, ਹਰ ਪ੍ਰਾਣੀ ਮਾਤਰ 'ਤੇ ਦਇਆ ਕਰਨੀ ਹੈ।
ਨਿੰਦਾ ਕਰਨ ਵਾਲੇ ਨੂੰ ਨਿੰਦਾ ਦਾ ਫਲ, ਸੇਵਾ ਕਰਨ ਵਾਲੇ ਨੂੰ ਸੇਵਾ ਦਾ ਫਲ। ਮੇਰੇ ਸਤਿਗੁਰ ਦਾ ਹੁਕਮ ਤਾਂ ਸੇਵਾ ਦਾ ਹੈ। ਉੱਥੇ ਹੀ ਉਹ ਭੁੱਲ ਗਈ, ਉਹਦੇ ਨੇੜੇ ਹੋਏ, ਉਹਨੇ ਥੋੜ੍ਹੀਆਂ ਅੱਖਾਂ ਪੁੱਟੀਆਂ, ਉਹਨੇ ਵੀ ਵੇਖਿਆ, ਉਹ ਵੀ ਤਰਬਕਿਆ ਕਿ ਇਹ ਤਾਂ ਉਹ ਹੀ ਕੂਕਾ ਜਿਹਦਾ ਮੈਂ ਸਿਰ ਪਾੜਿਆ। ਸੰਤਾਂ ਨੇ ਉਹਨੂੰ ਕਿਹਾ ਡਰ ਨਾ। ਉਹ ਪਾਣੀ ਪਾਣੀ ਕਰ ਰਿਹਾ ਸੀ, ਆਪਣਾ ਸੰਤਾਂ ਨੂੰ ਭੁੱਲ ਗਿਆ। ਜਲ ਦਾ ਗੜਵਾ ਉਹਦੇ ਮੂੰਹ ਨੂੰ ਲਾਇਆ, ਪਾਣੀ ਪੀਤਾ, ਕੁਝ ਹੋਸ਼ ਆਈ। ਫਿਰ ਉਹਨੂੰ ਕਹਿਣ ਲੱਗੇ ਜਿੱਥੇ ਆਖੋਗੇ ਤੁਹਾਨੂੰ ਪਹੁੰਚਾ ਦਿਆਂਗਾ, ਔਰ ਮੈਥੋਂ ਡਰੋ ਨਾ, ਚਿੰਤਾ ਘਬਰਾਹਟ ਛੱਡ ਦਿਓ। ਫਿਰ ਸੰਤ ਉਹਨੂੰ ਉਹਦੇ ਟਿਕਾਣੇ 'ਤੇ ਲੈ ਕੇ ਗਏ। ਉੱਥੇ ਜਦੋਂ ਪਹੁੰਚਾਇਆ, ਉੱਥੇ ਇੱਕ ਪੁਜਾਰੀ ਭਾਈ ਕਾਲਾ ਸਿੰਘ ਸਨ। ਉਹਨਾਂ ਨੇ ਇਹ ਕਥਾ ਸਾਰੀ ਬਾਅਦ ਵਿੱਚ ਨਾਮਧਾਰੀ ਸਿੰਘਾਂ ਨੂੰ ਵੀ ਸੁਣਾਈ। ਗੁਰੂ ਹਰੀ ਸਿੰਘ ਜੀ ਦੇ ਸਮੇਂ ਉਹ ਗੁਰੂ ਹਰੀ ਸਿੰਘ ਜੀ ਦਾ ਜਦੋਂ ਦੌਰਾ ਜਾਂਦਾ, ਉਹ ਚੇਚਾ ਪੁੱਜ ਕੇ ਮੱਥਾ ਟੇਕਦੇ ਔਰ ਆਪਣੀ ਮੱਝ ਦਾ ਦੁੱਧ ਲਿਆ ਕੇ ਭੇਟਾ ਕਰਦੇ ਭਾਈ ਕਾਲਾ ਸਿੰਘ ਜੀ। ਉਸ ਨਿਹੰਗ ਦਾ ਜੀਵਨ ਵੀ ਬਦਲਿਆ। ਉਹਨੇ ਵੀ ਕਿਹਾ ਸਿੱਖਾ ਜਿਹੜਾ ਤੇਰਾ ਗੁਰੂ ਹੈ ਮੈਨੂੰ ਵੀ ਉਹਦੇ ਦਰਸ਼ਨ ਕਰਾ। ਕਹਿੰਦੇ ਨੇ ਕਿ ਫਿਰ ਗੁਰੂ ਹਰੀ ਸਿੰਘ ਜੀ ਦੇ ਦਰਬਾਰ ਵਿੱਚ ਕਿਸੇ ਸਮੇਂ ਉਹ ਵੀ ਆਇਆ ਸੀ। ਤਾਂ ਇਹ ਗਾਥਾ ਤੇ ਉਹਨਾਂ ਦੀ ਮੁਕਤਸਰ ਦੀ ਸੀ। ਮੁਕਤਸਰ ਵਿੱਚ ਜਿੱਥੇ ਉਸ ਵੇਲੇ ਅਕਸਰ ਸੰਗਤ ਮਾਘੀ 'ਤੇ ਜਾਂਦੀ ਦੂਰੋਂ ਨੇੜਿਓਂ ਸਾਰੀ। ਤਾਂ ਹੁਣ ਭਾਈ ਅਤਰ ਸਿੰਘ ਜਦੋਂ ਘਰ ਆ ਗਏ, ਇਹ ਉਹ ਸਮਾਂ ਹੈ। ਸਤਿਗੁਰੂ ਰਾਮ ਸਿੰਘ ਜੀ ਦਾ ਪਹਿਲਾ ਪੱਤਰ ਜਿਹੜਾ ਡੇਰਾ ਭੈਣੀ ਸਾਹਿਬ ਵਿੱਚ ਨਹੀਂ ਪਹੁੰਚਦਾ, 24 ਜੂਨ 1872 ਦਾ ਹੈ। 4 ਵਦੀ ਹਾੜ ਵਦੀ 4 1929 ਬਿਕਰਮੀ, 24 ਜੂਨ 1872 ਈਸਵੀ। ਉਸ ਪੱਤਰ 'ਚ ਸਤਿਗੁਰੂ ਜੀ ਨੇ ਉਦੋਂ ਨਾਂ ਮਹਾਰਾਜ ਜੀ ਦਾ ਮਹਾਰਾਜ ਬੁੱਧ ਸਿੰਘ, ਅਜੇ ਗੁਰਤਾ ਵਾਲਾ ਹੁਕਮਨਾਮਾ ਨਹੀਂ ਆਇਆ, ਔਰ ਬਾਬਾ ਗੋਪਾਲ ਸਿੰਘ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ, ਉਹਨਾਂ ਦੋਹਾਂ ਦੇ ਨਾਂ ਹੈ। ਉਹਦੇ 'ਚ ਕੋਈ ਤੇ ਵਿਹਾਰਕ ਗੱਲਾਂ ਨੇ, ਡੇਰੇ ਦੇ ਕੰਮਕਾਰ ਬਾਰੇ ਪੁੱਛਿਆ ਹੈ, ਸੇਵਕ ਨਾਨੂ ਸਿੰਘ ਦੇ ਪਰਿਵਾਰ ਬਾਰੇ ਪੁੱਛਿਆ ਹੈ। ਅਖੀਰ 'ਚ ਸਤਿਗੁਰੂ ਜੀ ਉਹਦੇ 'ਚ ਇਹ ਹੁਕਮ ਕਰਦੇ ਨੇ ਕਿ ਮੇਰੇ ਵਾਸਤੇ ਵੱਧ ਤੋਂ ਵੱਧ ਸਧਾਰਨ ਤੇ ਅਖੰਡ ਪਾਠ ਕਰਨੇ। ਇਹ ਹੁਕਮ ਸਿੱਖਾਂ ਨੂੰ ਇਹ ਹੁਕਮਨਾਮਾ ਬਾਅਦ ਵਿੱਚ ਭਾਈ ਦਰਬਾਰਾ ਸਿੰਘ ਹੱਥ ਆਇਆ, ਉਹਦੇ 'ਚ ਵੀ ਇਹ ਕੁਝ ਲਿਖਿਆ ਸੀ। ਫਿਰ ਹੋਰ ਜਿੰਨੇ ਵੀ ਹੁਕਮਨਾਮੇ ਆਉਂਦੇ, ਤਕਰੀਬਨ ਹਰ ਹੁਕਮਨਾਮੇ ਵਿੱਚ ਸੱਚੇ ਪਾਤਸ਼ਾਹ ਬਾਣੀ ਦੇ ਪਾਠਾਂ ਵਾਸਤੇ, ਇਸ ਲਈ ਪਾਠ ਔਖੇ ਸਨ ਕਰਨੇ ਉਸ ਵੇਲੇ। ਇੱਥੇ ਅੱਗੇ ਜ਼ਿਕਰ ਹੋਇਆ ਕਈ ਵਾਰ ਕਿ ਗੁਰਦੁਆਰਾ ਭੈਣੀ ਸਾਹਿਬ ਵਿੱਚ ਲੰਗਰ ਦੇ ਵਾਲੇ ਅਸਥਾਨ 'ਚ ਇੱਕ ਭੋਰਾ ਸੀ ਜਿਹਦਾ ਮੂੰਹ ਉੱਤੋਂ ਕੱਜਿਆ ਹੁੰਦਾ ਸੀ। ਉੱਥੇ ਰਹਿ ਕੇ ਸਿੰਘ ਪਾਠ ਕਰਦੇ ਸਨ, ਅਖੰਡ ਪਾਠ ਚੱਲਦੇ ਸਨ ਉਦੋਂ। ਤਾਂ ਭਾਈ ਅਤਰ ਸਿੰਘ ਜੀ ਨੇ ਵੀ 5 ਅਖੰਡ ਪਾਠ ਕਰਾਉਣ ਦਾ ਸੰਕਲਪ ਕੀਤਾ। ਕੁਝ ਇਹ ਵੀ ਦੱਸਦੇ ਨੇ ਕਿ ਉਹਨਾਂ ਦੇ ਘਰ ਇੱਕ ਲੜਕਾ ਹੋਇਆ ਸੀ, ਇਹ ਵੀ ਰੁਚੀ ਸੀ, ਔਰ ਉਹ ਲੁਧਿਆਣੇ ਜਾਂਦੇ ਨੇ, ਮਨਜ਼ੂਰੀ ਲੈ ਕੇ ਆਉਂਦੇ ਨੇ ਸਰਕਾਰ ਕੋਲੋਂ, ਜ਼ਿਲ੍ਹੇ ਕੋਲੋਂ। ਪਰ ਉਹ ਮਨਜ਼ੂਰੀ ਕਿੰਨੇ ਦਿਨਾਂ ਦੀ ਮਿਲੀ ਔਰ ਕਿੰਨੇ ਬੰਦਿਆਂ ਦੀ ਮਿਲੀ, ਇਹਦੇ ਨਾਲੋਂ ਜੇ ਇੱਕ ਦਾ ਵੀ ਫਰਕ ਪੈ ਗਿਆ ਤਾਂ ਫਿਰ ਉਹ ਮਨਜ਼ੂਰੀ ਇਨਵੈਲਿਡ ਸਮਝੀ ਜਾਂਦੀ ਸੀ। ਅਖੰਡ ਪਾਠ ਸ਼ੁਰੂ ਹੋ ਗਿਆ। ਭਾਈ ਸੱਦਾ ਸਿੰਘ ਕਬੀਰ ਹੋਰਾਂ ਦਾ ਜਥਾ ਆ ਗਿਆ। ਭਾਈ ਸਾਹਿਬ ਸਿੰਘ ਜਨਮੇਜਾ ਆਖਦੇ ਸਨ, ਭੰਮਾ ਬੱਦੀ ਰਿਆਸਤ ਨਾਭਾ ਦੇ ਸਨ, ਰਿਆਸਤ ਸੰਗਰੂਰ ਦੇ, ਉਹ ਵੀ ਆਏ। ਉਹਨਾਂ ਦੇ ਨਾਲ ਹਰਨਾਮ ਸਿੰਘ ਭੰਮਾ ਬੱਦੀ ਸਨ, ਉਹ ਵੀ ਆਏ। ਬਾਬਾ ਝਾਬਾ ਸਿੰਘ ਜੀ ਖੇੜੀ ਪਿੰਡ ਦੇ ਸਨ। ਧਮੌਟ ਦੇ ਸੂਬਾ ਚੈਨ ਸਿੰਘ ਜੀ ਸਨ। ਮੂੰਡੀਆਂ ਦੇ ਬਚਿੱਤਰ ਸਿੰਘ ਜੀ ਸਨ, ਉਹਨਾਂ ਦਾ ਲੜਕਾ ਹੀਰਾ ਸਿੰਘ ਸੀ। ਔਰ ਜਰਗ ਦੇ ਭਾਈ ਮਤਾਬ ਸਿੰਘ ਹੋਰਾਂ ਦਾ, ਮਜਬੀ ਸਿੰਘਾਂ ਦਾ ਜਥਾ ਸੀ। ਇਸ ਤਰ੍ਹਾਂ ਹੀ ਗੁੱਜਰਵਾਲ ਤੋਂ 5-7 ਸਿੰਘ ਸਨ। 35-40 ਸਿੰਘਾਂ ਦਾ ਇਕੱਠ ਉਹਨਾਂ ਦੇ ਘਰਾਂ ਵਿੱਚ ਹੋ ਗਿਆ ਔਰ ਬਾਣੀ ਦਾ ਪਾਠ ਆਰੰਭ ਹੋ ਗਿਆ। ਇਸੇ ਹੀ ਸਮੇਂ ਪਿੰਡ ਦੇ ਵਿੱਚ ਇੱਕ ਮੁਖਬਰ ਸੀ ਜਿਹਦਾ ਨਾਂ ਜੈ ਸਿੰਘ ਲਿਖਿਆ ਹੈ ਆਲਮ ਜੀ ਨੇ। ਉਸ ਮੁਖਬਰ ਨੇ ਵੇਖਿਆ, ਸਾਰਾ ਜਾਇਜ਼ਾ ਲਿਆ। ਜਦੋਂ ਪਾਠ ਰੱਖਿਆ, ਪਾਠ ਤੋਰਿਆ ਗਿਆ, ਮਹਾਮਲੇਸ਼ ਦਾ ਨਾਸ ਕਰੋ, ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਉਹ ਸਾਰਾ ਕੁਝ ਲਿਖੀ ਗਿਆ। ਔਰ ਲਿਖ ਕੇ ਡੇਲੋਂ ਦਾ ਥਾਣੇਦਾਰ ਮਾਨ ਸਿੰਘ ਆਹਲੂਵਾਲੀਆ ਸੀ, ਉਹਨੂੰ ਡੈਰੀ ਜਾ ਦਿੱਤੀ ਕਿ ਬਹੁਤ ਕੂਕੇ ਇਕੱਠੇ ਹੋਏ ਨੇ ਲੋਹਗੜ੍ਹ 'ਚ,
ਦੇਵਾ ਸਿੰਘ ਜਿਹੜਾ ਮਲੇਰਕੋਟਲੇ 'ਚ ਉਡਾਇਆ ਗਿਆ ਸੀ ਸਰਕਾਰ ਦਾ ਵੱਡਾ ਬਾਗੀ, ਉਹਦੇ ਭਾਈ ਅਤਰ ਸਿੰਘ ਦੇ ਘਰ ਪਤਾ ਨਹੀਂ ਕੀ ਧਮਚੜਾ ਕਰਨਗੇ, ਵੇਲੇ ਸਿਰ ਪ੍ਰਬੰਧ ਕਰ ਲਓ, ਨਹੀਂ ਤਾਂ ਜੇ ਬਾਰ ਬਟਨ ਨੇ ਪੁੱਛਿਆ ਤਾਂ ਮੈਂ ਜ਼ਿੰਮੇਵਾਰ ਨਹੀਂ, ਥਾਣੇਦਾਰ ਸਾਹਿਬ ਤੁਹਾਡੇ ਸਿਰ ਆਏਗੀ ਸਾਰੀ ਗੱਲ। ਥਾਣੇਦਾਰ ਉਦੋਂ ਹੀ ਜਿੰਨੀ ਕੁ ਫੋਰਸ ਸੀ ਡੇਲੋਂ ਥਾਣੇ 'ਚ ਉਹ ਸਾਰੀ ਲੈ ਕੇ ਤੇ ਉਹਨੇ ਪਿੰਡ ਨੂੰ ਆ ਕੇ ਉੱਥੇ ਆਪਣਾ ਡੇਰਾ ਲਾ ਲਿਆ। ਕੁਝ ਨਾਮਧਾਰੀ ਸਿੰਘ ਜਲ ਭਰਦੇ ਉਹਨੂੰ ਮਿਲੇ ਖੂਹ ਤੋਂ, ਉਹਨਾਂ ਨੂੰ ਕਹਿਣ ਲੱਗਾ ਉਹ ਇਹ ਕੀ ਮਹਿਰਿਆਂ ਵਾਲਾ ਕੰਮ ਕਰ ਰਹੇ ਹੋ, ਇਹ ਤਾਂ ਸਰਦਾਰਾਂ ਦਾ ਪਿੰਡ ਹੈ, ਇੱਥੇ ਪਾਣੀ ਭਰਨ ਵਾਲਾ ਕੋਈ ਨਹੀਂ। ਸਿੰਘਾਂ ਨੇ ਉਹਨੂੰ ਜਵਾਬ ਦਿੱਤਾ ਵੀ ਸਰਦਾਰਾ ਇਹ ਮਰਿਆਦਾ ਦਾ ਜਲ ਹੈ ਔਰ ਅਸੀਂ ਇੱਥੇ ਆਪਣੀ ਢੰਗ ਨਾਲ ਆਪਣੀ ਵਿਧੀ ਨਾਲ ਜਲ ਖੂਹ 'ਚੋਂ ਭਰ ਰਹੇ ਹਾਂ, ਤੂੰ ਆਪਣਾ ਕੰਮ ਕਰ ਜੋ ਕਰਨਾ। ਅੱਗੇ ਗਿਆ ਤਾਂ ਭਾਈ ਹਰਨਾਮ ਸਿੰਘ ਜਿਹੜੇ ਛੂਤਗੇ ਸਨ ਉਹ 100 ਸਾਖੀ ਦੀ ਕਥਾ ਕਰ ਰਹੇ ਸਨ। ਉਸ ਕਥਾ ਦੇ ਵਿੱਚ ਜ਼ਿਕਰ ਆ ਰਿਹਾ ਸੀ ਕਿ ਇੱਕ ਹੋਰ ਵੀ ਪੱਛਮ ਤੋਂ ਉੱਠੇਗਾ ਸੰਤ ਖਾਲਸੇ ਦੀ ਰਾਖੀ ਵਾਸਤੇ, ਮਲੇਸ਼ ਰਾਜ ਦਾ ਨਾਸ ਹੋਏਗਾ, ਸੰਤ ਖਾਲਸੇ ਦਾ ਪ੍ਰਕਾਸ਼। ਉਹ ਪੁੱਛਣ ਲੱਗਾ ਜੀ ਸੰਤ ਖਾਲਸਾ ਮਲੇਸ਼ ਖਾਲਸਾ ਕੌਣ ਨੇ? ਮਾਨ ਸਿੰਘ ਆਹਲੂਵਾਲੀਏ ਨੇ ਪੁੱਛਿਆ। ਉਹਨਾਂ ਨੇ ਕਿਹਾ ਜਿਹੜਾ ਗੁਰੂ ਦੇ ਖਾਲਸੇ ਨੂੰ ਦੁੱਖ ਦਿੰਦਾ ਹੈ, ਮਾਸ ਸ਼ਰਾਬ ਖਾਂਦਾ ਹੈ, ਉਹ ਮਲੇਸ਼ ਖਾਲਸਾ ਔਰ ਗੁਰੂ ਦੇ ਹੁਕਮ 'ਚ ਰਹਿਤ 'ਚ ਨਹੀਂ ਚੱਲਦਾ। ਉਹਨੇ ਕਿਹਾ ਫਿਰ ਇਹਦਾ ਮਤਲਬ ਅਸੀਂ ਮਲੇਸ਼ ਹਾਂ ਔਰ ਤੁਸੀਂ ਸੰਤ ਖਾਲਸੇ ਹੋ। ਉਹ ਕਹਿੰਦੇ ਜੀ ਜਿਵੇਂ ਚੰਗਾ ਲੱਗਦਾ ਸਮਝ ਲਓ। ਉੱਥੋਂ ਹੀ ਉਹ 2 ਸਿਪਾਹੀ ਬਾਰ ਬਟਨ ਵੱਲ ਭੇਜ ਦਿੰਦਾ ਕਿ ਕੂਕੇ ਇਕੱਠੇ ਹੋ ਕੇ ਫੇਰ ਬਗਾਵਤ ਕਰ ਰਹੇ ਨੇ ਲੋਹਗੜ੍ਹ ਦੇ ਵਿੱਚ, ਵੇਲੇ ਸਿਰ ਆ ਕੇ ਪ੍ਰਬੰਧ ਕਰ ਲਓ ਨਹੀਂ ਤਾਂ ਕੰਮ ਵਿਗੜ ਸਕਦਾ ਹੈ। ਬਾਰ ਬਟਨ ਪੂਰੀ ਫੋਰਸ ਲੈ ਕੇ ਆ ਗਿਆ, ਆਉਂਦਾ ਹੀ ਸਾਰੇ ਪਿੰਡ ਨੂੰ ਘੇਰਾ ਪਾ ਲਿਆ ਔਰ ਜਿੰਨੇ ਵੀ ਸਿੰਘ ਸਨ 2 ਪਾਠੀ ਤੇ ਧੂਫੀਆ, ਭਾਈ ਵਸਾਵਾ ਸਿੰਘ ਤੇ ਲਾਲ ਸਿੰਘ 2 ਨਾਂ ਆਉਂਦੇ ਨੇ। ਇੱਕ ਇਹਨਾਂ 'ਚੋਂ ਪਾਠੀ ਸੀ, ਇੱਕ ਇਹਨਾਂ 'ਚੋਂ ਧੂਪੀਆ ਸੀ, ਸਿਆੜ ਦੇ ਸਨ। ਇਹਨਾਂ ਦੋਵਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਨਾਲ ਹਵੇਲੀ ਸੀ ਉਹਦੇ 'ਚ ਬਿਠਾਉਣਾ ਸ਼ੁਰੂ ਕਰ ਦਿੱਤਾ। ਗੁੱਜਰਵਾਲ ਦੇ 2 ਸਰਦਾਰ ਜਿਹੜੇ ਨਾਮਧਾਰੀ ਨਹੀਂ ਸਨ ਉਹ ਆਏ ਤੇ ਬਾਰ ਬਟਨ ਨੂੰ ਕਹਿਣ ਲੱਗੇ ਕਿ ਜੀ ਕੋਈ ਗੁਨਾਹ ਦੱਸੋ, ਇਹਨਾਂ ਦੇ ਜਿੰਮੇ ਕੀ ਲਾਉਂਦੇ ਹੋ? ਉਹ ਆਖਣ ਲੱਗਾ ਕਿ ਇੱਕ ਬਾਗੀ ਦਾ ਘਰ ਹੈ ਔਰ ਇੰਨੇ ਕੂਕੇ ਇੱਥੇ ਇਕੱਠੇ ਹੋਏ, ਇਸ ਤੋਂ ਵੱਡਾ ਹੋਰ ਗੁਨਾਹ ਕੀ? ਪਹਿਲਾਂ ਜਦੋਂ ਥਾਣੇਦਾਰ ਮਾਨ ਸਿੰਘ ਆਇਆ ਤਾਂ ਭਾਈ ਅਤਰ ਸਿੰਘ ਨੇ ਜੇਬ ਵਿੱਚੋਂ ਮਨਜ਼ੂਰੀ ਵਾਲਾ ਕਾਗਜ਼ ਕੱਢ ਕੇ ਉਹਨੂੰ ਵਿਖਾਇਆ, ਪਰ ਉਹ ਕਾਗਜ਼ ਉਹਨੇ ਪਾੜ ਦਿੱਤਾ, ਸਾਰਾ ਪੁਰਜਾ ਕਰ ਦਿੱਤਾ। ਉਹ ਕਹਿਣ ਲੱਗਾ ਵੀ ਇਹਦੀ ਹੁਣ ਕੋਈ ਬੁੱਕਤ ਨਹੀਂ, ਤੁਹਾਡੀ ਗਿਣਤੀ ਬਹੁਤ ਜ਼ਿਆਦਾ ਹੈ। ਬਾਰ ਬਟਨ ਨੇ ਉਹਨਾਂ ਸਾਰੇ ਸਿੰਘਾਂ ਨੂੰ ਭੁੱਖੇ ਨੰਗਿਆਂ ਉਸ ਤਰ੍ਹਾਂ ਹੀ ਜਿਹੋ ਜਿਹੇ ਵੀ ਕਿਸੇ ਦੇ ਉੱਤੇ ਕੱਪੜਾ ਸੀ ਕਿਸੇ ਤੇ ਨਹੀਂ। ਇਹ ਪਾਠ ਪਹਿਲੀ ਮਾਘ ਵਾਲੇ ਦਿਨ ਤਕਰੀਬਨ 13 ਜਨਵਰੀ 1875 ਨੂੰ ਰੱਖਿਆ ਗਿਆ ਔਰ ਤੀਜੇ ਦਿਨ ਇਹਨੂੰ ਖੰਡਿਤ ਕਰ ਦਿੱਤਾ ਗਿਆ ਭੋਗ ਪੈਣ ਤੋਂ ਪਹਿਲਾਂ। ਇਹਨਾਂ ਸਿੰਘਾਂ ਨੂੰ ਲੈ ਗਏ। ਉਹ ਜਿਹੜੇ 2 ਸਿੰਘ ਰਹਿ ਗਏ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਇਕੱਲਿਆਂ ਪਾਠ ਕੀਤਾ ਔਰ ਬਿਨਾਂ ਕੜਾਹ ਪ੍ਰਸ਼ਾਦ ਬਣਾਏ ਤੋਂ ਗੁੜ ਪ੍ਰਸ਼ਾਦ ਵਰਤਾ ਕੇ ਜਾਂ ਜਿਸ ਤਰ੍ਹਾਂ ਵੀ ਜੋ ਸੰਭਵ ਹੋਇਆ। ਬਾਕੀ ਇਹ ਸਾਰੇ ਸਿੰਘ ਲੁਧਿਆਣੇ ਹਵਾਲਾਤ ਵਿੱਚ ਦੇ ਦਿੱਤੇ, ਭੁੱਖੇ ਤਿਹਾਏ, ਬਿਨਾਂ ਕਿਸੇ ਕੱਪੜੇ ਤੋਂ, ਸਰਦੀ ਦਾ ਮੌਸਮ। ਔਰ ਫਿਰ ਇੱਕ ਬੜੀ ਜਿਹਨੂੰ ਸਮਰੀ ਟਰਾਇਲ ਕਹਿੰਦੇ ਆ, ਉਹ ਟਰਾਇਲ ਵੀ ਜਿਸ ਤਰ੍ਹਾਂ ਆਲਮ ਜੀ ਨੇ ਲਿਖਿਆ ਹੈ 2010 ਬਿਕਰਮੀ ਦੇ ਪਾਠ ਅੰਕ ਵਿੱਚ, ਜਿਹੜਾ ਸਤਯੁਗ ਦੇ ਬਸੰਤ ਅੰਕ ਦਾ ਇੱਕ ਹਿੱਸਾ ਸੀ, ਉਹਦੇ 'ਚ ਆਲਮ ਜੀ ਦਾ ਉਹ ਵੱਡਾ ਲੇਖ ਹੈ। ਇੱਕ ਲੇਖ ਸੰਤ ਇੰਦਰ ਸਿੰਘ ਚੱਕਰਵਰਤੀ ਦਾ ਹੈ, ਸਤਯੁਗ ਦੇ ਸੰਤ ਅੰਕ 1941 ਈਸਵੀ 'ਚ, ਸੰਤ ਸਿਪਾਹੀ, ਉਹਦੇ 'ਚ ਵੀ ਵਿਸਥਾਰ ਸਹਿਤ ਇਸ ਘਟਨਾ ਦਾ ਜ਼ਿਕਰ ਹੈ। ਔਰ ਆਲਮ ਜੀ ਦੇ ਲਿਖਣ ਮੁਤਾਬਕ ਉਹ ਸਮਰੀ ਟਰਾਇਲ ਜਿਹਨੇ ਕੀਤੀ ਉਹ SP ਵਾਰਬਰਟਨ ਦੇ ਜੁੰਮੇ ਹੀ ਸੀ। ਵਾਰਬਰਟਨ ਨੇ ਹੀ ਉੱਥੇ ਬਿਆਨ ਲਏ ਮੁਖਬਰਾਂ ਦੇ, ਥਾਣੇਦਾਰ ਦੇ, ਤੇ ਫਿਰ ਜਿੰਨੇ ਸਿੰਘ ਸਨ ਉਹਨਾਂ ਸਾਰਿਆਂ ਨੂੰ ਸੱਦ ਕੇ ਬਕਾਇਦਾ ਉਹਨਾਂ ਨੂੰ ਪੁੱਛ ਗਿੱਛ ਕਰਕੇ, ਕੁਝ ਇਹਨਾਂ 'ਚੋਂ ਉਹ ਸਿੰਘ ਵੀ ਸਨ ਜਿਹੜੇ ਪਹਿਲਾਂ ਵੀ ਸਜ਼ਾ ਕੱਟ ਚੁੱਕੇ ਸਨ ਕਿਸੇ ਗੈਰ ਕਾਨੂੰਨੀ ਸਭਾ ਦੇ ਮੈਂਬਰ ਹੋਣ ਕਰਕੇ, ਕਿਉਂਕਿ ਗੈਰ ਕਾਨੂੰਨੀ ਸਭਾ ਦਾ ਮੈਂਬਰ ਤੇ ਜੇ 6ਵਾਂ ਕੂਕਾ ਰਲ ਗਿਆ ਤਾਂ ਉੱਥੇ ਹੀ ਲੱਗ ਜਾਂਦਾ ਸੀ। ਪਤਾ ਨਹੀਂ ਕਿੰਨਿਆਂ ਕੁ ਦੇ ਉੱਤੇ ਇਹ ਮੁਕੱਦਮੇ ਚੱਲੇ। ਸਰਕਾਰੀ ਰਿਕਾਰਡ ਵਿੱਚ
ਅਤਰ ਸਿੰਘ ਹੋਰਾਂ ਵਾਲੇ ਕੇਸ ਦਾ ਜ਼ਿਕਰ ਆਉਂਦਾ ਹੈ। ਉਹਦੇ 'ਚ ਕੁਝ ਸਿੰਘਾਂ ਦੇ ਨਾਂ ਦਿੱਤੇ ਜਾਂਦੇ ਨੇ। ਸਜ਼ਾਵਾਂ ਸੁਣਾਈਆਂ ਗਈਆਂ ਸਭ ਨੂੰ। 3 ਮਹੀਨਿਆਂ ਤੋਂ ਲੈ ਕੇ 2 ਸਾਲ ਜਿਹੜੀ ਸਿਰੇ ਦੀ ਸਜ਼ਾ ਸੀ ਉਹ ਭਾਈ ਅਤਰ ਸਿੰਘ ਜੀ ਨੂੰ ਸੁਣਾਈ ਗਈ। ਬਾਕੀ ਕਈਆਂ ਨੂੰ ਜੁਰਮਾਨਾ ਕੀਤਾ ਗਿਆ। ਉਹਨਾਂ ਸਿੰਘਾਂ ਆਖਿਆ ਭਈ ਪੈਸਾ ਤੇ ਕੋਲ ਕੋਈ ਨਹੀਂ, ਸਜ਼ਾ ਜਿੰਨੀ ਮਰਜ਼ੀ ਦੇ ਦੇ। ਉਹਨਾਂ ਨੂੰ ਜਿਹਨੂੰ 200 ਜੁਰਮਾਨਾ ਸੀ ਉਹਨੂੰ 9 ਮਹੀਨੇ ਕੈਦ ਕੀਤਾ ਗਿਆ। ਇਸ ਤਰ੍ਹਾਂ ਹੀ ਇਹ ਸਾਰੀ ਜਿੰਨੀ ਮੰਡਲੀ ਸੀ ਸਿੰਘਾਂ ਦੀ, ਉਹ ਵੱਖੋ ਵੱਖਰੀਆਂ ਉਹਨਾਂ 'ਤੇ ਸ਼ਰਤਾਂ ਤਰੀਕਾਂ ਕੈਦ ਦੀਆਂ ਲਾ ਕੇ ਇਹਨਾਂ ਨੂੰ ਕੈਦ ਕਰ ਦਿੱਤਾ ਗਿਆ। ਭਾਈ ਅਤਰ ਸਿੰਘ ਜੀ ਲੁਧਿਆਣਾ ਜੇਲ੍ਹ ਵਿੱਚ ਨੇ, ਔਰ ਜੇਲ੍ਹਾਂ ਉਸ ਵੇਲੇ ਦੀਆਂ ਅੱਜ ਆਜ਼ਾਦ ਹਿੰਦੁਸਤਾਨ ਹੈ, ਪਰ ਅੱਜ ਵੀ ਸਾਡੇ ਦੇਸ਼ 'ਚ ਜਿਹੜਾ ਕੈਦੀਆਂ ਦਾ ਰਾਸ਼ਨ ਹੈ ਉਹਦਾ ਬਹੁਤ ਵੱਡਾ ਹਿੱਸਾ ਅਫਸਰਸ਼ਾਹੀ ਦੀ ਭੇਟ ਚੜ੍ਹ ਜਾਂਦਾ ਹੈ। ਉਹ ਤਾਂ ਸਮਾਂ ਹੀ ਹੋਰ ਸੀ। ਆਟੇ ਦੇ ਨਾਂ 'ਤੇ ਸੁੰਡੀਆਂ ਅਤੇ ਮਿੱਟੀ, ਦਾਲ ਦੇ ਨਾਂ 'ਤੇ ਲੂਣ ਮਿਰਚ ਰਲਿਆ ਪਾਣੀ, ਜਿਹਦੇ 'ਚ ਟੁੱਬੀ ਮਾਰਿਆ ਵੀ ਕੋਈ ਦਾਣਾ ਨਹੀਂ ਸੀ ਲੱਭਦਾ ਦਾਲ ਦਾ। ਇਹੋ ਜਿਹੀ ਖੁਰਾਕ। ਹੁਣ ਸਰਦਾਰ ਅਤਰ ਸਿੰਘ ਇਸ ਖੁਰਾਕ ਦੇ ਆਦੀ ਨਹੀਂ ਸੀ। ਆਲਮ ਜੀ ਲਿਖਦੇ ਨੇ ਕਿ ਉਹ 15 ਦਿਨਾਂ ਦੇ ਵਿੱਚ ਹੀ ਬਿਮਾਰ ਹੋ ਗਏ ਜੇਲ੍ਹ 'ਚ, ਔਰ ਸਰੀਰ ਨਿਢਾਲ ਹੋ ਕੇ ਚਲਾਣਾ ਕਰ ਗਿਆ। ਉੱਧਰੋਂ ਘਰਦਿਆਂ ਨੂੰ ਪਤਾ ਲੱਗਾ ਕਿ ਬਹੁਤ ਢਿੱਲੇ ਨੇ। ਮਾਤਾ ਸਾਹਿਬ ਕੌਰ ਉਹਨਾਂ ਦੀ ਮਾਤਾ ਅਤੇ ਬੀਬੀ ਜੀਵਨ ਕੌਰ ਉਹਨਾਂ ਦੀ ਧਰਮ ਪਤਨੀ, ਉਹ ਦੋਵੇਂ ਜਦੋਂ ਲੁਧਿਆਣੇ ਆਉਂਦੇ ਨੇ ਤਾਂ ਆ ਕੇ ਉਹ ਕਹਿੰਦੇ ਨੇ ਵੀ ਸਾਨੂੰ ਮੁਲਾਕਾਤ ਕਰਵਾਓ, ਅਸੀਂ ਪਤਾ ਤਾਂ ਕਰੀਏ ਵੀ ਸਾਡੇ ਕਿਹੜੀ ਹਾਲਤ ਵਿੱਚ ਲੰਘ ਰਹੇ ਨੇ। ਅਧਿਕਾਰੀਆਂ ਨੇ ਆਖਿਆ ਕਿ ਉਹ ਤਾਂ ਪੂਰੇ ਹੋ ਗਏ, ਸਾਨੂੰ ਉਹਨਾਂ ਦਾ ਸਰੀਰ ਦੇ ਦਿਓ, ਘਰ ਲੈ ਜਾਈਏ, ਆਪਣੀ ਕਿਰਿਆਕਰਮ ਕਰਕੇ ਸੰਸਕਾਰ ਕਰ ਲਵਾਂਗੇ, ਮਨ ਠੰਡਾ ਕਰਾਂਗੇ ਦਰਸ਼ਨ ਮੇਲਾ ਕਰਕੇ। ਨਹੀਂ, ਉਹ ਦੇ ਨਹੀਂ ਸਕਦੇ। ਬਹੁਤ ਜ਼ੋਰ ਦੇਣ 'ਤੇ ਸਤਲੁਜ ਦੇ ਕੰਢੇ ਜਿੱਥੇ ਉਹਨਾਂ ਦੀ ਚਿਖਾ ਜਲ ਰਹੀ ਸੀ, ਉਹ ਲਿਜਾ ਕੇ ਦੂਰੋਂ ਵਿਖਾ ਦਿੱਤੀ ਵੀ ਇਹ ਉਹਨਾਂ ਦੀ ਚਿਖਾ ਹੈ। ਇਸ ਤਰੀਕੇ ਨਾਲ ਭਾਈ ਅਤਰ ਸਿੰਘ ਜੀ ਨੇ ਆਪਣੀ ਇਹ ਮਹਾਨ ਸ਼ਹਾਦਤ ਦਿੱਤੀ। ਦੂਜੇ ਸਾਰੇ ਸਿੰਘ, ਭਾਈ ਹਰਨਾਮ ਸਿੰਘ ਜੀ ਛੂਤੀਆ, ਭਾਈ ਕਿਸ਼ਨ ਸਿੰਘ ਜੀ, ਇਹਨਾਂ ਬਾਰੇ ਚੱਕਰਵਰਤੀ ਜੀ ਲਿਖਦੇ ਨੇ ਕਿ ਇਹ ਛੂਤੀਏ ਸੱਜਣ ਜਿਹੜੇ 1939 ਈਸਵੀ ਤੱਕ ਭੈਣੀ ਸਾਹਿਬ ਜਿੰਦਾ ਸਨ, ਜਦੋਂ ਉਸ ਘਟਨਾ ਦਾ ਜ਼ਿਕਰ ਕਰਦੇ ਸਨ ਅਤੇ ਉਦੋਂ ਵੀ ਉਹਨਾਂ ਦੇ ਨੇਤਰ ਤਰ ਹੋ ਜਾਂਦੇ ਸਨ। ਇਹ ਉਹ ਸ਼ਕਤੀਆਂ ਸਨ। 2 ਪੁੱਤਰ ਸਨ ਭਾਈ ਅਤਰ ਸਿੰਘ ਦੇ, ਇੱਕ ਗੁਰਚਰਨ ਸਿੰਘ ਅਤੇ ਇੱਕ ਸਰਨ ਸਿੰਘ। ਸਰਨ ਸਿੰਘ ਹੋਰੀ ਬਾਹਰ ਖੇਤ 'ਤੇ ਡੇਰਾ ਰੱਖਦੇ ਸਨ ਆਪਣੇ ਖੂਹ ਦੇ ਉੱਤੇ। ਉਹ ਇਲਾਕੇ 'ਚ ਉਹਨਾਂ ਦਾ ਬੜਾ ਮਾਣ ਤਾਣ ਸੀ। ਸੋ ਸਤਿਗੁਰੂ ਰਾਮ ਸਿੰਘ ਜੀ ਦੇ ਪਿਆਰਿਆਂ ਨੇ ਉਹਨਾਂ ਦੇ ਬਚਨਾਂ 'ਤੇ ਫੁੱਲ ਚੜ੍ਹਾਉਂਦੇ ਹੋਏ, ਗੁਰਬਾਣੀ ਦੇ ਪਾਠ ਕਰਦੇ ਹੋਏ ਇਹ ਵੱਡੀਆਂ ਕੁਰਬਾਨੀਆਂ ਇੱਥੇ ਲੁਧਿਆਣੇ ਜ਼ਿਲ੍ਹੇ ਵਿੱਚ ਵੀ ਦਿੱਤੀਆਂ। ਲਾਹੌਰ ਜ਼ਿਲ੍ਹੇ ਦਾ ਇੱਕ ਮਾਂਗਟ ਪਿੰਡ ਹੈ, ਉੱਥੋਂ ਦਾ ਇੱਕ ਘੁਮਿਆਰ ਸਿੰਘ ਸੀ, ਅਖੰਡ ਪਾਠ ਕਰਾਉਣ ਸਦਕਾ 6 ਮਹੀਨੇ ਕੈਦ ਉਹਨੇ ਵੀ ਕੱਟੀ। ਖਿਆਲੇ ਦੇ ਬਾਬਾ ਜਵੰਦ ਸਿੰਘ 101 ਅਖੰਡ ਪਾਠ ਕਰਾਏ, ਬਾਬਾ ਗੰਡਾ ਸਿੰਘ ਖਿਆਲੇ ਦੇ, ਔਰ ਉੱਥੇ ਪਾਠਾਂ ਦੀ ਮਨਜ਼ੂਰੀ 100 ਦੀ ਸੀ। ਸਿੰਘਾਂ ਨੇ ਸੋਚਿਆ ਵੀ ਚਲੋ ਹੁਣ ਇੱਕ ਦਾ ਹੀ ਫਰਕ ਹੈ, ਕੋਤਰੀ ਪੂਰੀ ਕਰ ਲਈਏ। ਉਹ ਇੱਕ ਪਾਠ ਵਾਧੂ ਕਰਾਉਣ ਕਰਕੇ ਉਹਨਾਂ ਨੂੰ ਵੀ 6 ਮਹੀਨੇ ਕੈਦ ਕੱਟਣੀ ਪਈ। ਇਹ ਪਾਠ ਅੰਕ ਵਿੱਚ ਵਿਸਥਾਰ ਸਹਿਤ ਵਰਣਨ ਹੈ ਕਿ ਕਿੰਨੇ ਸਰੀਰਾਂ ਨੇ ਕਿੰਨੀ ਕੈਦ ਕੱਟੀ। ਇਸ ਲਈ ਸਾਡਾ ਸਿਰ ਅਦਬ ਨਾਲ, ਸਤਿਕਾਰ ਨਾਲ ਉਹਨਾਂ ਮਹਾਨ ਸੂਰਬੀਰਾਂ ਅੱਗੇ ਝੁਕਦਾ ਹੈ, ਉਸ ਮਹਾਨ ਸਤਿਗੁਰੂ ਅੱਗੇ ਝੁਕਦਾ ਹੈ ਜਿਹਨੇ ਇਸ ਤਰ੍ਹਾਂ ਦੇ ਮਰ ਜੀਵੜੇ ਅਤੇ ਸਿਰ ਲੱਥਾਂ ਦਾ ਟੋਲਾ ਜਿਹੜਾ ਸੀ ਤਿਆਰ ਕੀਤਾ। ਧੰਨਵਾਦ। ਸਤਿ ਸ੍ਰੀ ਅਕਾਲ।